ਮੈਂ ਇੱਕ ਛੋਟੇ ਕਸਬੇ ਵਿੱਚ ਰਹਿਣ ਵਾਲੀ ਕੁੜੀ ਸੀ। ਸਾਡੇ ਮੁਹੱਲੇ ਵਿੱਚ ਬਿਜਲੀ ਦੀ ਸਮੱਸਿਆ ਸੀ। ਲੋਕ ਘੱਟ ਹੀ ਪੜ੍ਹੇ ਲਿਖੇ ਸੀ। ਔਰਤਾਂ ਆਪਣੇ ਘਰ ਵਿੱਚ ਹੀ ਕੰਮ ਕਰਦੀਆਂ ਸੀ, ਦੂਜਿਆਂ ਦੇ ਘਰਾਂ ਵਿੱਚ ਜ਼ਿਆਦਾ ਧਿਆਨ ਰੱਖਦੀਆਂ ਸੀ, ਕਿਸੇ ਦੇ ਘਰ ਵਿੱਚ ਕੀ ਚੱਲਦਾ ਹੈ। ਅਸੀਂ ਵੀ 4 ਭੈਣ ਭਰਾ ਸੀ। ਮੈਂ ਪੜ੍ਹਾਈ ਘੱਟ ਕੀਤੀ ਸੀ। ਦੀ ਗਰੀਬੀ ਕਰਕੇ ਵਿੱਚੇ ਹੀ ਰਹਿ ਗਈ। ਪਰ ਮੇਰੀਆਂ 2 ਭੈਣਾਂ ਜੋ ਮੇਰੇ ਤੋਂ ਬੜੀਆਂ ਸੀ, ਉਹ ਪੜ੍ਹੀਆਂ ਸੀ ਤੇ ਇੱਕ ਸਕੂਲ ਵਿੱਚ ਜੋ ਸਾਡੇ ਮੁਹੱਲੇ ਵਿੱਚ ਹੀ ਸੀ, ਉੱਥੇ ਨੌਕਰੀ ਕਰਦੀਆਂ ਸਨ। ਉਹ ਸ਼ਾਮ ਨੂੰ ਹੀ ਘਰ ਆਉਂਦੀਆਂ ਸੀ। ਘਰ ਦਾ ਸਾਰਾ ਕੰਮ ਮੇਰੇ 'ਤੇ ਸੀ। ਪਾਪਾ ਵੀ ਮਜ਼ਦੂਰੀ ਕਰਦੇ ਸੀ। ਮਾਂ ਬਿਮਾਰ ਰਹਿਣ ਲੱਗੀ ਅਤੇ ਆਪਣੇ ਤੋਂ ਛੋਟੀ ਵਾਰੀ ਵੀ ਮੇਰੇ 'ਤੇ ਸੀ। ਅਸੀਂ ਚਾਰੋਂ ਭੈਣਾਂ ਆਪਣੀ ਸਾਦਗੀ ਵਿੱਚ ਰਹਿਣਾ ਪਸੰਦ ਕਰਦੇ ਸੀ। ਸਾਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ। ਸਾਰੇ ਮੁਹੱਲੇ ਦੇ ਲੋਕ ਵੀ ਸਾਡੀ ਬਹੁਤ ਤਾਰੀਫ਼ ਕਰਦੇ ਸੀ। ਇੱਕ ਦਿਨ ਸਾਡੇ ਘਰ ਮਹਿਮਾਨ ਆਏ। ਘਰ ਵਿੱਚ ਮੈਂ, ਮੇਰੀ ਮਾਂ ਤੇ ਛੋਟੀ ਭੈਣ ਸੀ। ਮੈਨੂੰ ਸਫਾਈ ਦਾ ਬਹੁਤ ਸ਼ੌਂਕ ਸੀ। ਮੈਂ ਘਰ ਨੂੰ ਹਮੇਸ਼ਾ ਸਾਫ਼ ਰੱਖਦੀ ਸੀ। ਬਾਕੀ ਘਰ ਦੇ ਮੈਂਬਰ ਆਪਣੇ ਕੰਮ 'ਤੇ ਗਏ ਸੀ। ਕੁਝ ਦਿਨ ਬਾਅਦ ਮੇਰੀ ਮਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, "ਪੁੱਤ, ਜੋ ਉਸ ਦਿਨ ਆਪਣੇ ਘਰ ਆਏ ਸੀ, ਉਹਨਾਂ ਨਾਲ ਜੋ ਮੁੰਡਾ ਸੀ, ਤੈਨੂੰ ਕਿੱਦਾਂ ਲੱਗਾ?" ਮੈਨੂੰ ਸਮਝ ਨਹੀਂ ਆਈ। ਫਿਰ ਮਾਂ ਨੇ ਕਿਹਾ ਕਿ ਉਹ ਤੇਰਾ ਰਿਸ਼ਤਾ ਮੰਗਣ ਆਏ ਸਨ। ਘਰ ਵਿੱਚ ਉਸ ਸਮੇਂ ਤੂੰ ਸੀ ਤੇ ਉਹ ਤੈਨੂੰ ਪਸੰਦ ਕਰਕੇ ਗਏ ਤੇ ਤੇਰੇ ਪਾਪਾ ਨੇ ਵੀ ਜਾਂਚ ਪੜਤਾਲ ਕਰ ਲਈ ਹੈ। ਮੁੰਡਾ ਨੌਕਰੀ ਕਰਦਾ ਹੈ, ਵਧੀਆ ਘਰ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਇੰਨੇ ਵਧੀਆ ਘਰ ਦਾ ਮੁੰਡਾ ਮੇਰੇ ਲਈ ਰਿਸ਼ਤਾ ਲੈ ਕੇ ਆਇਆ ਸੀ। ਮੇਰਾ ਸੁਪਨਾ ਸੀ ਕਿ ਮੇਰਾ ਵਿਆਹ ਵਧੀਆ ਘਰ ਵਿੱਚ ਹੋਵੇ। ਪਰ ਮੇਰੀਆਂ ਬੜੀਆਂ ਭੈਣਾਂ, ਮੈਨੂੰ ਸੋਚ ਪੈ ਗਈ ਕਿ ਜੇਕਰ ਮੇਰਾ ਵਿਆਹ ਹੋ ਗਿਆ ਤਾਂ ਉਹਨਾਂ ਦਾ ਕੀ ਬਣੂ। ਮੈਂ ਮਾਂ ਨੂੰ ਕਿਹਾ ਕਿ ਲੋਕ ਕੀ ਕਹਿਣਗੇ, ਕਿ ਪਤਾ ਨਹੀਂ ਕਿਉਂ 2 ਨੂੰ ਛੱਡ ਕੇ ਇਸ ਦਾ ਵਿਆਹ ਕਰ ਦਿੱਤਾ। ਮਾਂ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਤੇਰੇ ਪਾਪਾ ਨੇ ਰਿਸ਼ਤੇ ਦੇਖ ਲਏ ਨੇ, ਤੁਹਾਡਾ ਤਿੰਨਾਂ ਦਾ ਵਿਆਹ ਇਕੱਠੇ ਕਰ ਦੇਣਾ। ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਵਧੀਆ ਹੈ, ਤਿੰਨੋਂ ਭੈਣਾਂ ਦਾ ਵਿਆਹ ਹੋ ਜਾਣਾ, ਪਾਪਾ ਦੀ ਚਿੰਤਾ ਵੀ ਘਟ ਜਾਣੀ। ਮੈਂ ਆਪਣੇ ਪੇਕੇ ਤੋਂ ਵਿਦਾ ਹੋ ਕੇ ਸਹੁਰੇ ਆਈ। ਮੇਰਾ ਘਰ ਵਾਲਾ ਬਹੁਤ ਚੰਗਾ ਸੀ, ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਸੱਸ ਵੀ ਬਹੁਤ ਵਧੀਆ ਸੀ, ਮੇਰਾ ਬਹੁਤ ਧਿਆਨ ਰੱਖਦੀ ਸੀ। ਮੈਨੂੰ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ ਸੀ। ਮੇਰਾ ਸਹੁਰਾ ਹਾਲੇ ਜਿਉਂਦਾ ਸੀ। ਉਹ ਵਿਆਹ ਦੇ ਕਿਸੇ ਫੰਕਸ਼ਨ ਵਿੱਚ ਨਹੀਂ ਆਏ। ਮੈਂ ਇੱਕ ਦਿਨ ਰਾਤ ਨੂੰ ਪਾਣੀ ਲੈਣ ਲਈ ਕਮਰੇ ਵਿੱਚੋਂ ਬਾਹਰ ਆਈ ਤਾਂ ਮੈਂ ਉਹਨਾਂ ਨੂੰ ਦੇਖ ਕੇ ਡਰ ਗਈ ਤੇ ਚੀਕ ਮਾਰ ਦਿੱਤੀ। ਮੇਰਾ ਘਰ ਵਾਲਾ ਬਾਹਰ ਆਇਆ ਤੇ ਗੁੱਸੇ ਵਿੱਚ ਕਹਿਣ ਲੱਗਾ ਕਿ ਚੀਕ ਕਿਉਂ ਮਾਰੀ ਹੈ, ਇਹ ਮੇਰੇ ਪਾਪਾ ਨੇ, ਮੈਨੂੰ ਬਿਮਾਰ ਲੱਗੇ। ਫਿਰ ਮੇਰਾ ਘਰ ਵਾਲਾ ਉਹਨਾਂ ਨੂੰ ਮੇਰੀ ਸੱਸ ਦੇ ਕਮਰੇ ਵਿੱਚ ਛੱਡ ਕੇ ਆ ਗਿਆ। ਜਦੋਂ ਮੈਂ ਆਪਣੇ ਮਨ ਵਿੱਚ ਆਈ ਤਾਂ ਮੇਰੇ ਘਰ ਵਾਲਾ ਬਹੁਤ ਗੁੱਸੇ ਵਿੱਚ ਸੀ। ਮੈਨੂੰ ਲੱਗਾ ਕਿ ਮੇਰੀ ਚੀਕ ਮਾਰਨਾ ਇਹਨਾਂ ਨੂੰ ਬੁਰਾ ਲੱਗਾ। ਮੈਂ ਉਹਨਾਂ ਨੂੰ ਕਿਹਾ, ਮੈਨੂੰ ਮਾਫ਼ ਕਰ ਦਿਓ, ਮੈਨੂੰ ਨਹੀਂ ਪਤਾ ਸੀ ਕਿ ਪਾਪਾ ਜ਼ਿੰਦਾ ਨੇ, ਕਿਉਂਕਿ ਕਿਸੇ ਨੇ ਕਦੇ ਗੱਲ ਨਹੀਂ ਕੀਤੀ। ਉਹ ਇਹ ਸੁਣ ਕੇ ਹੋਰ ਵੀ ਗੁੱਸੇ ਵਿੱਚ ਬੋਲੇ ਕਿ ਤੂੰ ਮੇਰੇ ਪਾਪਾ ਦਾ ਮਜ਼ਾਕ ਉਡਾ ਰਹੀ ਹੈ। ਮੇਰੀ ਸੱਸ ਉਹਨਾਂ ਦੀ ਆਵਾਜ਼ ਸੁਣ ਕੇ ਆ ਗਈ ਤੇ ਮੇਰਾ ਹੱਥ ਛੁਡਾਇਆ। ਮੇਰਾ ਘਰ ਵਾਲਾ ਹਾਲੇ ਵੀ ਗੁੱਸੇ ਵਿੱਚ ਸੀ। ਉਹ ਮੇਰੇ ਨਾਲ ਨਾਰਾਜ਼ ਲੱਗ ਰਹੇ ਸੀ। ਮੈਂ ਆਪਣੇ ਮਾਂ-ਪਿਓ ਨੂੰ ਕਦੀ ਲੜਾਈ ਕਰਦੇ ਨਹੀਂ ਦੇਖਿਆ ਸੀ। ਪਾਪਾ ਹਮੇਸ਼ਾ ਮੇਰੀ ਮਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ, ਪਰ ਮੇਰਾ ਘਰ ਵਾਲਾ ਤਾਂ ਮੈਨੂੰ ਵਿਆਹ ਤੋਂ 1 ਹਫ਼ਤੇ ਵਿੱਚ ਹੀ ਮੇਰੇ ਨਾਲ ਗੁੱਸੇ ਹੋ ਗਿਆ। ਹੁਣ ਤਾਂ ਉਸ ਦਾ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਪਰ ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ। ਉਹ ਹਮੇਸ਼ਾ ਮੇਰੀ ਸਾਈਡ ਲੈਂਦੀ ਸੀ। ਮੈਂ ਤਾਂ ਡਰ ਦੇ ਮਾਰੇ ਕੰਬ ਰਹੀ ਸੀ। ਮੇਰੇ ਸਹੁਰੇ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਸੀ। ਉਹ ਮੈਨੂੰ ਦਿਮਾਗੀ ਬਿਮਾਰ ਲੱਗਦੇ ਸੀ। ਕਦੀ ਆਪ ਹੀ ਗੱਲਾਂ ਕਰਦੇ ਤੇ ਕਦੇ ਆਪ ਹੀ ਹੱਸਣ ਲੱਗ ਜਾਂਦੇ। ਮੈਨੂੰ ਅਜੀਬ ਲੱਗਦਾ, ਪਰ ਮੈਂ ਆਪਣੇ ਘਰ ਵਾਲੇ ਨੂੰ ਕੁਝ ਨਾ ਕਿਹਾ। ਮੈਨੂੰ ਇਹ ਸੀ ਕਿ ਮੇਰੇ ਨਾਲ ਗੁੱਸੇ ਹੋ ਜਾਣਗੇ, ਕਿਉਂਕਿ ਉਹ ਤਾਂ ਪਹਿਲਾਂ ਹੀ ਨਾਰਾਜ਼ ਰਹਿੰਦੇ ਸਨ। ਇੱਕ ਦਿਨ ਰਾਤ ਨੂੰ ਸਾਡਾ ਦਰਵਾਜ਼ਾ ਖੜਕਿਆ। ਮੈਂ ਬਹੁਤ ਥੱਕੀ ਸੀ, ਕਿਉਂਕਿ ਅੱਜ ਘਰ ਵਿੱਚ ਗੈਸਟ ਆਏ ਸਨ ਅਤੇ ਮੇਰੇ ਘਰ ਵਾਲੇ ਨੇ ਕਿਹਾ ਕਿ ਸਾਰਾ ਕੰਮ ਤੂੰ ਹੀ ਕਰ, ਮਾਂ ਕੋਈ ਕੰਮ ਨਹੀਂ ਕਰੇਗੀ। ਇਸ ਲਈ ਮੈਂ ਬਹੁਤ ਥੱਕੀ ਸੀ, ਕਿਉਂਕਿ ਮੈਂ ਸਾਰਾ ਖਾਣਾ ਬਣਾਇਆ ਤੇ ਉਹਨਾਂ ਨੂੰ ਰੋਟੀ ਖਵਾ ਕੇ ਫਿਰ ਰਾਤ ਦੇ ਸਾਰੇ ਭਾਂਡੇ ਸਾਫ਼ ਕਰਕੇ ਮੈਂ ਸੌਣ ਚਲੀ ਗਈ। ਕੰਮ ਕਰਨ ਦੀ ਆਦਤ ਤਾਂ ਮੈਨੂੰ ਸ਼ੁਰੂ ਤੋਂ ਹੀ ਸੀ, ਪਰ ਇੱਥੇ ਮੈਂ ਸਾਰਾ ਦਿਨ ਟੈਨਸ਼ਨ ਵਿੱਚ ਰਹਿੰਦੀ ਸੀ। ਮੇਰੇ ਘਰ ਵਾਲੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਸੱਸ ਤੇ ਸਹੁਰਾ ਦੋਨੋਂ ਖੜ੍ਹੇ ਸਨ ਅਤੇ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਕੋਈ ਕੰਮ ਕਹਿ ਰਹੀ ਸੀ। ਉਹ ਕਹਿ ਰਹੀ ਸੀ ਕਿ ਤੇਰਾ ਪਿਓ ਤੇਰੀ ਜ਼ਿੰਮੇਵਾਰੀ ਹੈ, ਮੈਂ ਕੀ ਕਰਾਂ। ਤੇ ਮੇਰੀ ਸੱਸ ਮੈਨੂੰ ਹੱਥ ਫੜ ਕੇ ਨਾਲ ਲੈ ਕੇ ਗਈ ਕਿ ਤੂੰ ਮੇਰੇ ਨਾਲ ਚੱਲ। ਮੈਨੂੰ ਕੁਝ ਪਤਾ ਨਹੀਂ ਸੀ ਚੱਲ ਰਿਹਾ ਹੈ, ਕੀ ਹੋ ਰਿਹਾ ਹੈ। ਮੇਰੇ ਘਰ ਵਾਲੇ ਨੇ ਇੱਕ ਵਾਰ ਵੀ ਉਹਨਾਂ ਨੂੰ ਮਨਾ ਨਹੀਂ ਕੀਤਾ। ਮੈਂ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ।
ਤੇ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਸੌਂ ਜਾ, ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਈ। ਮੈਂ ਮਨਾ ਕੀਤਾ ਤਾਂ ਵੀ ਉਹ ਚਾਹ ਲੈ ਕੇ ਆਈ ਤੇ ਮੈਂ ਪੀ ਲਈ, ਫਿਰ ਸੌਂ ਗਈ। ਉਸ ਦਿਨ ਮੇਰੀ ਅੱਖ ਦਿਨ ਦੇ 2 ਵਜੇ ਖੁੱਲ੍ਹੀ ਸੀ। ਮੈਂ ਹੈਰਾਨ ਸੀ। ਫਿਰ ਮੈਂ ਉੱਠ ਕੇ ਬਾਹਰ ਆਈ ਤਾਂ ਦੇਖਿਆ ਕਿ ਸਾਰਾ ਕੰਮ ਹੋਇਆ ਪਿਆ ਸੀ। ਮੇਰੀ ਸੱਸ ਬਾਹਰ ਸੀ। ਕਹਿਣ ਲੱਗੀ, ਤੂੰ ਠੀਕ ਹੈ? ਰਾਤੀ ਨੀਂਦ ਆ ਗਈ ਸੀ ਤੈਨੂੰ? ਮੈਂ ਦੇਖਿਆ ਤਾਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਹੀ ਸੀ। ਮੈਂ ਆਪਣੇ ਘਰ ਵਾਲੇ ਬਾਰੇ ਪੁੱਛਿਆ ਕਿ ਉਹ ਚਲੇ ਗਏ। ਉਹ ਕਹਿਣ ਲੱਗੀ, ਮੈਂ ਤੈਨੂੰ ਤੇਰੇ ਬਾਰੇ ਪੁੱਛ ਰਹੀ ਹਾਂ। ਉਹ ਚਲਾ ਗਿਆ, ਉੱਥੇ ਹੀ ਕਰ ਲੇਗਾ ਨਾਸ਼ਤਾ। ਮੈਨੂੰ ਬਹੁਤ ਹੈਰਾਨੀ ਹੋਈ ਕਿ ਮੇਰੀ ਸੱਸ ਮੇਰੇ ਨਾਲ ਕੀ ਨਾਟਕ ਕਰ ਰਹੀ ਹੈ। ਉਹ ਮੈਨੂੰ ਮੇਰੇ ਘਰ ਵਾਲੇ ਤੋਂ ਦੂਰ ਕਰ ਰਹੀ ਸੀ, ਪਰ ਮੈਨੂੰ ਆਪਣੇ ਘਰ ਵਾਲੇ ਦਾ ਸਾਥ ਪਸੰਦ ਸੀ। ਮੈਂ ਪੁੱਛਣਾ ਸੀ ਕਿ ਤੁਸੀਂ ਇੱਦਾਂ ਕਿਉਂ ਕਰ ਰਹੇ ਹੋ। ਫਿਰ ਸੋਚਿਆ ਸਹੀ ਟਾਈਮ ਆਉਣ 'ਤੇ ਗੱਲ ਕਰਦੀ ਹਾਂ। ਮੈਂ ਰਸੋਈ ਵਿੱਚ ਨਾਸ਼ਤਾ ਤਿਆਰ ਕਰਨ ਲਈ ਚੱਲੀ ਸੀ। ਉਹ ਬੋਲੀ, ਤੇਰਾ ਨਾਸ਼ਤਾ ਟੇਬਲ 'ਤੇ ਹੈ ਤੇ ਦੁਪਹਿਰ ਦੀ ਰੋਟੀ ਵੀ ਬਣ ਗਈ ਹੈ। ਤੂੰ ਆਰਾਮ ਕਰ, ਕੱਲ੍ਹ ਤੂੰ ਬਹੁਤ ਕੰਮ ਕੀਤਾ। ਮੈਂ ਸੋਚਿਆ ਕਿ ਮੈਂ ਆਪਣੇ ਸਹੁਰੇ ਦਾ ਜ਼ਿਆਦਾ ਧਿਆਨ ਰੱਖਿਆ ਕਰੂੰ ਤਾਂ ਮੇਰਾ ਘਰ ਵਾਲਾ ਜ਼ਿਆਦਾ ਖੁਸ਼ ਹੋ ਜਾਊਗਾ, ਪਰ ਮੈਨੂੰ ਨਹੀਂ ਪਤਾ ਸੀ ਦਿਮਾਗੀ ਬਿਮਾਰ ਬੰਦੇ ਦਾ ਕਿੱਦਾਂ ਧਿਆਨ ਰੱਖਿਆ ਜਾਂਦਾ। ਮੈਂ ਆਪਣੀ ਭੈਣ ਨੂੰ ਫੋਨ ਕੀਤਾ ਤੇ ਉਸ ਤੋਂ ਗੱਲਾਂ-ਗੱਲਾਂ ਵਿੱਚ ਪੁੱਛਿਆ। ਉਹ ਮੇਰੇ ਨਾਲੋਂ ਜ਼ਿਆਦਾ ਪੜ੍ਹੀ ਲਿਖੀ ਸੀ। ਉਸਨੇ ਮੈਨੂੰ ਕਿਹਾ ਕਿ ਘਰ ਦੀ ਸ਼ਾਂਤੀ ਲਈ ਪੂਜਾ ਪਾਠ ਕਰਵਾ ਤੇ ਫਿਰ ਕੁਝ ਹੋਰ ਗੱਲਾਂ ਦੱਸੀਆਂ। ਮੈਨੂੰ ਬਹੁਤ ਵਧੀਆ ਲੱਗਾ ਆਪਣੀ ਭੈਣ ਨਾਲ ਗੱਲ ਕਰਕੇ। ਫਿਰ ਮੈਂ ਰਾਤ ਦੀ ਰੋਟੀ ਬਣਾ ਕੇ ਆਪਣੇ ਘਰ ਵਾਲੇ ਦੀ ਉਡੀਕ ਕਰਨ ਲੱਗੀ। ਅੱਜ ਉਹ ਲੇਟ ਸੀ। ਮੈਂ ਟੇਬਲ 'ਤੇ ਬੈਠੀ ਸੌਂ ਗਈ। ਫਿਰ ਉਹ ਆਏ ਤੇ ਮੈਨੂੰ ਕਿਹਾ, ਕਮਰੇ ਵਿੱਚ ਸੌਂ ਜਾ। ਮੈਂ ਕਿਹਾ, ਰੋਟੀ ਖਾ ਲਓ। ਉਹਨਾਂ ਕਿਹਾ, ਮੈਂ ਨਹੀਂ ਖਾਣੀ। ਮੈਂ ਪੁੱਛਿਆ, ਤੁਸੀਂ ਬਾਹਰ ਤੋਂ ਖਾ ਕੇ ਆਏ ਹੋ? ਤਾਂ ਉਹਨਾਂ ਕਿਹਾ, ਮੈਂ ਕੱਲ੍ਹ ਦਾ ਕੁਝ ਨਹੀਂ ਖਾਇਆ। ਮੈਂ ਉਹਨਾਂ ਨੂੰ ਕਿਹਾ, ਮੈਨੂੰ ਮਾਫ਼ ਕਰ ਦਿਓ। ਮੈਂ ਅੱਜ ਪਾਪਾ ਦਾ ਪੂਰਾ ਧਿਆਨ ਰੱਖਿਆ, ਦਵਾਈ ਤੇ ਰੋਟੀ ਉਹਨਾਂ ਨੂੰ ਟਾਈਮ 'ਤੇ ਦਿੱਤੀ ਤੇ ਉਹ ਖੁਸ਼ ਹੋਏ ਤੇ ਕਹਿਣ ਲੱਗੇ, ਤੂੰ ਰੋਟੀ ਖਾ ਲਈ? ਮੈਂ ਕਿਹਾ, ਨਹੀਂ, ਮੈਂ ਤੁਹਾਡੀ ਉਡੀਕ ਕਰ ਰਹੀ ਸੀ। ਇੰਨੇ ਨੂੰ ਮੇਰੀ ਸੱਸ ਆਈ ਤੇ ਕਹਿਣ ਲੱਗੀ, ਆਪੇ ਖਾ ਲੂ, ਤੂੰ ਜਾ ਕੇ ਸੌਂ ਜਾ। ਮੈਂ ਚੁੱਪ ਕਰ ਗਈ। ਮੇਰਾ ਮਨ ਆਪਣੇ ਘਰ ਵਾਲੇ ਕੋਲ ਰਹਿਣ ਦਾ ਸੀ, ਪਰ ਮੈਂ ਆਪਣੀ ਸੱਸ ਨੂੰ ਕੁਝ ਵੀ ਨਾ ਕਹਿ ਸਕੀ, ਨਾ ਹੀ ਮੇਰਾ ਘਰ ਵਾਲਾ ਕੁਝ ਬੋਲਿਆ। ਹੁਣ ਮੇਰੇ ਵਿਆਹ ਨੂੰ 6 ਮਹੀਨੇ ਹੋ ਗਏ ਸਨ। ਪਿਛਲੇ 3 ਮਹੀਨੇ ਤੋਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਸੌਂ ਰਹੀ ਸੀ। ਸਾਡੇ ਵਿੱਚ ਬਹੁਤ ਦੂਰੀਆਂ ਆ ਗਈਆਂ ਸੀ। ਮੈਨੂੰ ਮੇਰੇ ਪੇਕੇ ਜਾਣ ਤੋਂ ਵੀ ਮਨ੍ਹਾ ਕੀਤਾ ਸੀ। ਮੇਰਾ ਸਹੁਰੇ ਹੁਣ ਮੇਰੇ ਕਮਰੇ ਵਿੱਚ ਸੌਂਦਾ ਸੀ। ਮੇਰਾ ਘਰ ਵਾਲਾ ਹੁਣ ਮੇਰੇ ਵੱਲ ਦੇਖਦਾ ਹੀ ਨਹੀਂ ਸੀ। ਜੇਕਰ ਮੈਂ ਆਪਣੀ ਸੱਸ ਨੂੰ ਕੁਝ ਕਹਿੰਦੀ ਤਾਂ ਉਹ ਵੀ ਅਜੀਬ ਹੀ ਜਵਾਬ ਦਿੰਦੀ ਸੀ। ਮੇਰਾ ਘਰ ਵਾਲਾ ਹੁਣ ਮੇਰੇ ਉੱਠਣ ਤੋਂ ਪਹਿਲਾਂ ਹੀ ਚਲਾ ਜਾਂਦਾ ਤੇ ਰਾਤ ਨੂੰ ਲੇਟ ਆਉਂਦਾ। ਜੇ ਮੈਂ ਉਡੀਕ ਕਰਦੀ ਤਾਂ ਮੇਰੀ ਸੱਸ ਮੈਨੂੰ ਜ਼ਬਰਦਸਤੀ ਆਪਣੇ ਕਮਰੇ ਵਿੱਚ ਲੈ ਕੇ ਜਾਂਦੀ। ਜੇ ਮੈਂ ਆਪਣੇ ਸਹੁਰੇ ਦਾ ਧਿਆਨ ਰੱਖਦੀ ਤਾਂ ਮੇਰੀ ਸੱਸ ਕਹਿੰਦੀ ਕਿ ਤੂੰ ਇਹਨਾਂ ਦੋਨਾਂ ਦੀ ਫਿਕਰ ਨਾ ਕਰ, ਇਹਨਾਂ ਨੂੰ ਇਹਨਾਂ ਦੇ ਹਾਲ 'ਤੇ ਰਹਿਣ ਦੇ, ਕੁਝ ਨਹੀਂ ਹੁੰਦਾ। ਇੱਕ ਦਿਨ ਇਹ ਘਰ ਸੀ। ਮੈਂ ਕੋਲ ਜਾ ਕੇ ਬਹਿ ਗਈ ਤੇ ਡਰਦੇ ਹੋਏ ਕਿਹਾ ਕਿ ਤੁਸੀਂ ਅੱਜ-ਕੱਲ੍ਹ ਮੈਨੂੰ ਨਹੀਂ ਦਿੰਦੇ, ਕਿੰਨੇ-ਕਿੰਨੇ ਦਿਨ ਮੇਰੇ ਨਾਲ ਗੱਲ ਨਹੀਂ ਕਰਦੇ। ਮੇਰੇ ਘਰ ਵਾਲੇ ਨੇ ਮੇਰੇ ਵੱਲ ਵੇਖਿਆ ਅਤੇ ਕਿਹਾ, ਮੇਰੀ ਮਾਂ ਤਾਂ ਏਦਾਂ ਦੀ ਸੀ, ਤੂੰ ਵੀ ਉਹਦੇ ਵਰਗੀ ਹੋ ਗਈ। ਮੈਂ ਚੁੱਪ ਸੀ, ਮੈਨੂੰ ਕੁਝ ਸਮਝ ਨਹੀਂ ਆਇਆ। ਮੇਰੀ ਸੱਸ ਨੇ ਮੈਨੂੰ ਆਵਾਜ਼ ਦਿੱਤੀ ਤੇ ਮੈਂ ਅਣਸੁਣੀ ਕਰ ਦਿੱਤੀ। ਉਹ ਸਾਡੇ ਕਮਰੇ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ, ਤੈਨੂੰ ਮੇਰੀ ਆਵਾਜ਼ ਨਹੀਂ ਸੁਣੀ? ਮੈਂ ਚੁੱਪ ਰਹੀ ਕਿਉਂਕਿ ਮੈਂ ਉਸਦੇ ਨਾਲ ਨਹੀਂ ਜਾਣਾ ਚਾਹੁੰਦੀ ਸੀ, ਪਰ ਮੇਰਾ ਘਰ ਵਾਲਾ ਗੁੱਸੇ ਵਿੱਚ ਬੋਲਿਆ ਕਿ ਮਾਂ, ਤੂੰ ਤਾਂ ਏਦਾਂ ਦੀ ਹੀ ਸੀ, ਪਰ ਤੂੰ ਇਸਨੂੰ ਵੀ ਆਪਣੇ ਵਰਗੀ ਕਰ ਲਿਆ। ਮੈਨੂੰ ਤਾਂ ਔਰਤ ਜਾਤ ਤੋਂ ਹੀ ਨਫ਼ਰਤ ਹੋ ਗਈ ਹੈ। ਦੋਨੋਂ ਮਾਂ ਪੁੱਤ ਆਪਸ ਵਿੱਚ ਲੜ ਰਹੇ ਸਨ। ਮੇਰੀ ਸੱਸ ਨੇ ਕਿਹਾ ਕਿ ਤੇਰੇ ਪਿਓ ਨੂੰ ਉਸਦੇ ਕੀਤੇ ਕਰਮਾਂ ਦੀ ਸਜ਼ਾ ਮਿਲੀ ਹੈ। ਮੇਰਾ ਘਰ ਵਾਲਾ ਕਹਿਣ ਲੱਗਾ, ਤੁਹਾਨੂੰ ਕਦੀ ਪਾਪਾ ਦੀ ਫਿਕਰ ਨਹੀਂ ਸੀ। ਤੁਸੀਂ ਮੇਰੀ ਘਰਵਾਲੀ ਨੂੰ ਵੀ ਆਪਣੇ ਵਰਗਾ ਬਣਾ ਲਿਆ। ਜਿਸ ਦਿਨ ਦਾ ਮੇਰਾ ਵਿਆਹ ਹੋਇਆ ਹੈ, ਉਸ ਦਿਨ ਦੇ ਤੁਸੀਂ ਇਸ ਨੂੰ ਆਪਣੇ ਕਮਰੇ ਵਿੱਚ ਸਲਾਉਂਦੇ ਹੋ। ਕੌਣ ਮਾਂ ਏਦਾਂ ਕਰਦੀ ਹੈ? ਮੈਂ ਸਭ ਦੇਖ ਰਿਹਾ ਹਾਂ। ਇਹ ਘਰ ਹੈ ਜਾਂ ਨਰਕ? ਮੇਰਾ ਸਹੁਰਾ ਵੀ ਉੱਥੇ ਹੀ ਸੀ। ਹੁਣ ਉਹ ਕਾਫੀ ਠੀਕ ਹੋ ਗਏ ਸਨ। ਮੈਂ ਉਹਨਾਂ ਨੂੰ ਦਵਾਈ ਤੇ ਰੋਟੀ ਸਮੇਂ ਸਿਰ ਦਿੰਦੀ ਸੀ। ਮੇਰਾ ਘਰ ਵਾਲਾ ਵੀ ਦੇਖਦਾ ਸੀ ਕਿ ਹੁਣ ਪਾਪਾ ਅੱਗੇ ਨਾਲੋਂ ਠੀਕ ਹੋ ਗਏ ਹਨ। ਮੈਂ ਆਪਣੇ ਕੁਝ ਕੱਪੜੇ ਬੈਗ ਵਿੱਚ ਪਾਏ ਤੇ ਚੱਲ ਪਈ। ਮੈਨੂੰ ਕਿਸੇ ਨੇ ਨਹੀਂ ਰੋਕਿਆ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਜਾਣਾ ਹੈ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਸੱਸ ਵੀ ਮੇਰੇ ਪਿੱਛੇ ਹੀ ਆ ਰਹੀ ਸੀ। ਘਰ-ਬਾਰ ਛੱਡ ਕੇ ਅਸੀਂ ਜਾ ਰਹੇ ਸੀ, ਪਰ ਪਤਾ ਨਹੀਂ ਕਿੱਥੇ। ਫਿਰ ਅਸੀਂ ਦੋਵੇਂ ਇੱਕ ਅਨਾਥ ਆਸ਼ਰਮ ਵੀ ਚਲੇ ਗਏ, ਉੱਥੇ ਰਹੇ। ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ ਸੀ, ਪਰ ਮੈਂ ਅੰਦਰੋਂ ਟੁੱਟ ਚੁੱਕੀ ਸੀ। ਇੱਕ ਦਿਨ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਸਾਨੂੰ ਦੋਨਾਂ ਨੂੰ ਲੈਣ ਆਏ ਅਤੇ ਮੇਰੇ ਘਰ ਵਾਲੇ ਨੇ ਮੇਰੇ ਤੋਂ ਮਾਫ਼ੀ ਮੰਗੀ। ਮੇਰਾ ਸਹੁਰਾ ਬਿਲਕੁਲ ਠੀਕ ਹੋ ਗਿਆ ਸੀ ਤੇ ਉਸਨੇ ਵੀ ਮੇਰੀ ਸੱਸ ਤੋਂ ਮਾਫ਼ੀ ਮੰਗੀ। ਅਸੀਂ ਦੋਨੋਂ ਉਹਨਾਂ ਦੇ ਨਾਲ ਘਰ ਆ ਗਏ। ਮੇਰੇ ਘਰ ਵਾਲੇ ਨੇ ਮੈਨੂੰ ਕੋਲ ਬਿਠਾ ਕੇ ਦੱਸਿਆ ਕਿ ਮੇਰੇ ਪਾਪਾ ਨੇ ਮੈਨੂੰ ਤੁਹਾਡੇ ਜਾਣ ਬਾਅਦ ਦੱਸਿਆ ਕਿ ਉਹ ਨਸ਼ਾ ਕਰਦੇ ਸੀ ਤੇ ਮੇਰੀ ਸੱਸ ਨਾਲ ਮਾੜਾ ਸਲੂਕ ਕਰਦੇ ਸੀ
ਤੇ ਮੈਨੂੰ ਹਮੇਸ਼ਾ ਇਹ ਕਹਿੰਦੇ ਸੀ ਕਿ ਤੇਰੀ ਮਾਂ ਗਲਤ ਹੈ। ਇਹੀ ਕਾਰਨ ਸੀ ਕਿ ਮੈਂ ਮਾਂ ਤੋਂ ਨਫ਼ਰਤ ਕਰਦਾ ਸੀ। ਮੇਰੇ ਘਰ ਵਾਲੇ ਨੇ ਮੇਰੇ ਤੋਂ ਮਾਫ਼ੀ ਮੰਗੀ, ਫਿਰ ਮੈਨੂੰ ਆਪਣੇ ਨਾਲ ਲੈ ਕੇ ਮੇਰੇ ਘਰ ਮਿਲਣ ਲੈ ਕੇ ਗਏ। ਹੁਣ ਅਸੀਂ ਸਾਰੇ ਬੜੀ ਖੁਸ਼ੀ-ਖੁਸ਼ੀ ਰਹਿੰਦੇ ਹਾਂ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ, ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।